ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਪੰਜਾਬ ਦੀਆਂ ਤਾਜ਼ਾ ਖਬਰਾਂ। ਸਭ ਤੋਂ ਪਹਿਲਾਂ ਰੁਖ ਸਿੱਧਾ ਕਰਾਂਗੇ ਪੰਜਾਬ ਦੇ ਵਿੱਚ ਲੱਗੀਆਂ ਨਵੀਆਂ ਪਾਬੰਦੀਆਂ ਦੇ ਵੱਲ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬੀਤੇ ਦਿਨੀ ਪੰਜਾਬ ਦੇ ਵਿੱਚ ਵੱਧ ਰਹੇ ਕਰੋਨਾ ਹਾਲਾਤਾਂ ਦੇ ਮੱਦੇਨਜ਼ਰ ਇੱਕ ਖਾਸ ਰਿਵਿਊ बैठक की गई है, जिस रिव्यू बैठक ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਅਹਿਮ ਐਲਾਨ ਕਰ ਦਿੱਤੇ ਗਏ ਨੇ। ਪੰਜਾਬ ਦੇ ਵਿੱਚ ਨਾਈਟ ਕਰਫਿਊ ਦੇ ਸਮੇਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਜਿਹੜਾ ਨਾਈਟ ਕਰਫਿਊ ਪੰਜਾਬ ਦੇ ਵਿੱਚ ਰਾਤ 9 ਤੋਂ 5 ਵਜੇ ਤੱਕ ਹੁੰਦਾ ਸੀ, ਉਸ ਦਾ ਸਮਾਂ ਬੀਤੀ ਰਾਤ ਤੋਂ ਹੀ ਰਾਤ 8 ਵਜੇ ਤੋਂ ਕਰ ਦਿੱਤਾ ਗਿਆ ਹੈ ਅਤੇ ਪੰਜਾਬ ਦੇ ਵਿੱਚ ਐਤਵਾਰ ਦੇ ਲੋਕਡਾਊਨ ਦਾ ਵੀ ਐਲਾਨ ਕਰ ਦਿੱਤਾ ਗਿਆ। ਭਾਵ ਕਿ ਵੀਕਐਂਡ ਲੋਕਡਾਊਨ ਨਹੀਂ ਹੈ, ਕਿਉਂਕਿ ਵੀਕਐਂਡ ਲੋਕਡਾਊਨ ਹੈ ਜੋ ਉਹ ਸ਼ਨੀਵਾਰ ਅਤੇ ਐਤਵਾਰ ਦਾ ਹੁੰਦਾ ਹੈ, ਪਰ ਸਿਰਫ ਐਤਵਾਰ ਦਾ ਲੋਕਡਾਊਨ ਪੰਜਾਬ ਦੇ ਵਿੱਚ ਲਾਉਣ ਦੀ ਗੱਲ ਆਖੀ ਗਈ ਹੈ। ਇਸ ਰਿਵਿਊ ਬੈਠਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਸਮੇਤ ਕੇ ਤਲਵਾਰ ਦੀ ਸਮੇਤ ਪੰਜਾਬ ਦੇ ਸਿਹਤ ਮੰਤਰੀ ਵੀ ਮੌਜੂਦ ਰਹੇ ਨੇ, ਜਿਨ੍ਹਾਂ ਦੇ ਵੱਲੋਂ ਇਸ ਰਿਵਿਊ ਬੈਠਕ ਦੇ ਵਿੱਚ ਸਾਰੀਆਂ ਚਰਚਾਵਾਂ ਕੀਤੀਆਂ ਗਈਆਂ ਨੇ। ਦੱਸ ਦਈਏ ਕਿ ਹੋਰ ਕਈ ਖਾਸ ਗੱਲਾਂ ਪੰਜਾਬ ਦੇ ਵਿੱਚ ਵੇਖਣ ਨੂੰ ਆਈਆਂ ਨੇ। ਬੁੱਧਵਾਰ ਨੂੰ ਪੰਜਾਬ ਦੇ ਮੋਹਾਲੀ ਦੇ ਵਿੱਚ ਲੋਕਡਾਊਨ ਹੋਵੇਗਾ। ਰਾਮ ਨੌਮੀ ਕਾਰਨ ਬੁੱਧਵਾਰ ਨੂੰ ਚੰਡੀਗੜ੍ਹ ਦੇ ਪੰਚਕੂਲਾ 'ਚ ਲੋਕਡਾਊਨ ਲੱਗ ਸਕਦਾ ਹੈ। ਦੱਸ ਦਈਏ ਕਿ ਚੰਡੀਗੜ੍ਹ ਦੀ ਬੇਨਤੀ ਤੋਂ ਬਾਅਦ ਪੰਜਾਬ ਨੇ ਬੁੱਧਵਾਰ ਨੂੰ ਮੋਹਾਲੀ ਵਿੱਚ ਲੋਕਡਾਊਨ ਲਾਉਣ ਦਾ ਜਿਹੜਾ ਫੈਸਲਾ ਕੀਤਾ ਹੈ। ਉਧਰ ਹਵਾਈ ਜਹਾਜ਼ ਰਾਹੀਂ ਪੰਜਾਬ ਆਉਣ ਵਾਲੇ ਲੋਕਾਂ ਨੂੰ ਕੋਵਿਡ ਨੈਗੇਟਿਵ ਰਿਪੋਰਟ ਲਿਆਉਣੀ ਪਏਗੀ। ਰਿਪੋਰਟ 72 ਘੰਟੇ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ। ਤੇ ਪੰਜਾਬ ਦੇ ਵਿੱਚ ਫਿਲਮਾਂ, ਬਾਰ, ਜਿਮ, ਕੋਚਿੰਗ ਸੈਂਟਰ ਅਤੇ ਸਪੋਰਟਸ ਕੰਪਲੈਕਸ 20 ਤੋਂ 30 ਅਪ੍ਰੈਲ ਤੱਕ ਬੰਦ ਰਹਿਣਗੇ। ਸਿਰਫ 20 ਲੋਕਾਂ ਨੂੰ ਵਿਆਹ ਤੇ ਸੰਸਕਾਰਾਂ ਦੇ ਵਿੱਚ ਹਿੱਸਾ ਲੈਣ ਦੀ ਆਗਿਆ ਹੋਵੇਗੀ। ਕਿਸੇ ਵੀ ਹੋਰ ਪ੍ਰੋਗਰਾਮ ਦੇ ਵਿੱਚ 10 ਤੋਂ ਵੱਧ ਲੋਕਾਂ ਦੇ ਇਕੱਠ ਲਈ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਪਏਗੀ। ਨਾਲ ਹੀ ਬੱਸਾਂ ਅਤੇ ਆਟੋ ਟੈਕਸੀ ਚਾਲਕਾਂ ਦੇ ਲਈ ਵੀ ਹੁਕਮ ਨੇ। ਉਹ ਹੁਕਮ ਇਹ ਨੇ ਕਿ ਬੱਸਾਂ, ਆਟੋ ਅਤੇ ਟੈਕਸੀ ਤੇ ਹੋਰ ਵਾਹਨਾਂ ਦੇ ਵਿੱਚ 50% ਸਵਾਰੀਆਂ ਦੀ ਹੀ ਇਜਾਜ਼ਤ ਹੋਵੇਗੀ। ਪੰਜਾਬ ਦੇ ਵਿੱਚ ਕਰੋਨਾ ਦੇ ਵੱਧਦੇ ਕੇਸਾਂ ਕਰਕੇ ਸਖਤੀ ਹੋਰ ਵਧਾ ਦਿੱਤੀ ਗਈ ਹੈ। ਸੂਬੇ ਦੇ ਅੰਦਰ ਜਿਹੜਾ ਐਤਵਾਰ ਦਾ ਵੀ ਲੋਕਡਾਊਨ ਕਰ ਦਿੱਤਾ ਗਿਆ। 30 ਅਪ੍ਰੈਲ ਤੱਕ ਇਹ ਜਿਹੜੇ ਹੁਕਮ ਨੇ ਉਹ ਜਾਰੀ ਰਹਿਣਗੇ। ਉਸ ਤੋਂ ਬਾਅਦ ਨਵੇਂ ਹੁਕਮਾਂ ਦੇ ਉੱਤੇ ਦੁਬਾਰਾ ਚਰਚਾ, ਰਿਵਿਊ ਬੈਠਕ ਹੋਏਗੀ। ਉਸ ਤੋਂ ਪਹਿਲਾਂ ਵੀ ਬੈਠਕ ਹੋ ਸਕਦੀ ਹੈ ਜੇਕਰ ਮਾਮਲਿਆਂ ਦੇ ਵਿੱਚ ਵਾਧਾ ਹੁੰਦਾ ਹੈ। ਸੋ ਅੱਜ ਸਾਨੂੰ ਕੁਝ ਕਦਮ ਚੱਕਣੇ ਪਏ ਜਿਹੜੇ ਮੈਂ ਹੁਣ ਮੀਟਿੰਗ ਤੋਂ ਬਾਅਦ ਐਲਾਨ ਕੀਤੇ ਨੇ। ਉਹ ਅਖਬਾਰਾਂ ਦੇ ਵਿੱਚ ਆ ਜਾਣੇ, ਟੈਲੀਵਿਜ਼ਨ ਦੇ ਉੱਪਰ ਆ ਜਾਣਾ ਹੈ। ਮੈਨੂੰ ਪਤਾ ਹੈ ਕਿ ਕਿਸੇ ਨੂੰ ਸਖਤੀ ਦੀ ਪਸੰਦ ਨਹੀਂ ਹੁੰਦੀ, ਲੇਕਿਨ ਕਦੇ ਕਦੇ ਜਦ ਐਸੇ ਕੋਈ ਹਾਲਾਤ ਬਣ ਜਾਣ ਜਿੱਥੇ ਸਾਡੇ ਲੋਕ ਇਹਦੇ ਵਿੱਚ, ਇਸ ਬਿਮਾਰੀ ਦੇ ਵਿੱਚ ਦੇ ਘੇਰੇ ਦੇ ਵਿੱਚ ਆ ਕੇ ਉਹਨਾਂ ਦੀ ਮੌਤ ਹੋ ਜਾਏ, ਤਾਂ ਫਿਰ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਸੀਂ ਕੋਈ ਸਖਤ ਕਦਮ ਉਠਾਈਏ ਕਿ ਸਾਡੇ ਬੰਦਿਆਂ ਨੂੰ ਅਸੀਂ ਬਚਾ ਸਕੀਏ। ਔਰ ਕੋਈ ਇਹ ਛੋਟੀ ਗੱਲ ਨਹੀਂ। ਅੱਜ 5000 ਤੇ ਹੈ, ਕੱਲ੍ਹ ਅੱਗੇ ਵੀ ਵੱਧ ਸਕਦੀ ਹੈ। ਤਾਂ ਇਸ ਨੂੰ ਰੋਕਣ ਵਾਸਤੇ ਸਾਨੂੰ ਇਹ ਕਦਮ ਚੱਕਣੇ ਪਏ ਔਰ ਇਹਦਾ ਐਲਾਨ ਅੱਜ ਹੋ ਜਾਣਾ ਹੈ। ਕੱਲ੍ਹ ਸ਼ਾਮ ਤੋਂ ਅਸੀਂ ਇਸ ਨੂੰ ਲਾਗੂ ਕਰਨਾ ਹੈ ਔਰ ਮੈਂ ਆਸ ਕਰਦਾ ਕਿ ਤੁਸੀਂ ਇਸ ਗੱਲ ਨੂੰ ਜਿਹੜੀ ਮੈਂ ਕਰ ਰਿਹਾ ਅੱਜ, ਇਹ ਸਮਝੋਗੇ ਕਿ ਆਪਣੇ ਪੰਜਾਬ ਦੀ ਬਿਹਤਰੀ ਵਾਸਤੇ ਹੈ, ਤੁਹਾਡੇ ਪਰਿਵਾਰਾਂ ਦੀ ਬਿਹਤਰੀ ਵਾਸਤੇ, ਦੋਸਤ ਮਿੱਤਰ ਨੇ, ਰਿਸ਼ਤੇਦਾਰ ਨੇ, ਉਹਨਾਂ ਸਾਰਿਆਂ ਵਾਸਤੇ ਅਸੀਂ ਇਹ ਕਦਮ ਚੱਕਿਆ। ਔਰ ਮੇਰੀ ਕੋਸ਼ਿਸ਼ ਹੈ ਕਿ ਇਹ ਜਿਹੜੀ ਬਿਮਾਰੀ ਜਿਸ ਤਰੀਕੇ ਨਾਲ ਦਿੱਲੀ 'ਚ ਹੁਣ 27,000 ਕੇਸ ਹੋ ਗਏ ਦਿੱਲੀ ਦੇ ਵਿੱਚ ਇੱਕ ਦਿਨ 'ਚ, ਆਪਣੇ ਤੇ 5,000 ਤੇ ਪਹੁੰਚਿਆ। ਮੈਂ ਨਹੀਂ ਚਾਹੁੰਦਾ ਕਿ ਇਹ ਹੋਰ ਵਧੇ। ਬੰਬਈ ਦਾ ਤਾਂ ਬਿਲਕੁਲ ਆਊਟ ਆਫ ਕੰਟਰੋਲ ਹੋ ਗਿਆ ਸੀ, ਹੋਰ ਸੂਬਿਆਂ ਦੇ ਵਿੱਚ ਇਹ ਵੱਧਦਾ ਜਾ ਰਿਹਾ। ਤਾਂ ਹੀ ਮੈਨੇ ਇਸ ਤੋਂ ਪਹਿਲਾਂ ਕਿ ਹੋਰ ਵਧੇ, ਮੈਨੂੰ ਇਹ ਕਦਮ ਚੱਕਣੇ ਪਏ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੀ ਦਿੱਲੀ ਦੇ ਵਿੱਚ 8 ਦਿਨਾਂ ਸੰਪੂਰਨ ਜਿਹੜਾ ਲੋਕਡਾਊਨ ਹੈ ਲਾ ਦਿੱਤਾ ਗਿਆ, ਜਿਸ ਦੇ ਵਿੱਚ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਤੁਹਾਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ। ਦਿੱਲੀ ਵਾਸੀਆਂ ਦੇ ਲਈ ਖਾਸ ਖਬਰ ਹੈ ਕਿ ਤੁਸੀਂ ਘਰਾਂ ਤੋਂ ਬਾਹਰ ਨਹੀਂ ਆ ਸਕੋਗੇ। ਸਿਰਫ ਜ਼ਰੂਰੀ ਵਸਤਾਂ ਨੂੰ ਹੀ ਇਸ ਮੌਕੇ ਦੇ ਉੱਤੇ ਛੂਟ ਦਿੱਤੀ ਜਾਏਗੀ। ਤੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹੋਰ ਵੀ ਕਈ ਗੱਲਾਂ ਜੋ ਆਖੀਆਂ ਨੇ। ਕਿ ਕੁਝ ਦਿੱਲੀ ਦੇ ਮੁੱਖ ਮੰਤਰੀ ਕਹਿ ਰਹੇ ਨੇ, ਉਹ ਸੁਣਦੇ ਹਾਂ। अगले सोमवार को सुबह 5 बजे तक 6 दिन के लिए दिल्ली में लॉकडाउन लगाया जा रहा है। इस दौरान जाहिर है कि जो एसेंशियल सर्विसेज हैं वो जारी रहेंगी, खाने पीने की, मेडिकल व्यवस्थाओं की वो जारी रहेंगी। ये शादियों का सीज़न है, लोगों के बड़े मुश्किल से रिश्ते बनते हैं, हम उनके रिश्ते तोड़ना नहीं चाहते। तो लोगों की शादियां संपन्न हों, लेकिन केवल 50 लोगों के गैदरिंग के साथ संपन्न हो, उसके लिए अलग से पास दिए जाएंगे। इसके बारे में अभी थोड़ी देर में डिटेल्ड ऑर्डर जारी हो जाएगा कि कौन कौन सी चीज़ें जारी रहेंगी और कौन सी चीज़ों पर पाबंदी रहेगी। मैंने और एलजी साहब के हम दोनों ने निर्णय
तब लिया है जब हमारे पास कोई उपाय नहीं बचा था। हमारे लिए ये निर्णय लेना आसान नहीं था। ਤੇ ਉਧਰ ਦੂਜੇ ਪਾਸੇ ਜਿਨ੍ਹਾਂ ਬੇਅਦਬੀ ਮਾਮਲਿਆਂ ਦੇ ਵਿੱਚ ਜਾਂਚ ਕਰ ਰਹੀ ਐਸਆਈਟੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਬਵਾਲ ਇਹਨਾਂ ਦਿਨੀ ਵੇਖਣ ਨੂੰ ਮਿਲ ਰਿਹਾ ਹੈ। ਉਸੇ ਐਸਆਈਟੀ ਦੇ ਮੁਖੀ ਆਈਜੀ ਕੁਮਰ ਵਿਜੇ ਪ੍ਰਤਾਪ ਦੀ ਉੱਤੇ ਟਿੱਪਣੀ ਕਰ ਦਿੱਤੀ ਗਈ ਹੈ ਵਿਕਰਮ ਮਜੀਠੀਆ ਦੇ ਵੱਲੋਂ। ਵਿਕਰਮ ਮਜੀਠੀਆ ਦਾ ਕਹਿਣਾ ਹੈ ਕਿ ਆਈਜੀ ਕੁਮਰ ਵਿਜੇ ਪ੍ਰਤਾਪ ਹੁਣ ਚੋਣਾਂ ਦੇ ਵਿੱਚ ਆਉਣਗੇ, ਇਹ ਚੋਣਾਂ ਲੜਨਗੇ ਆਈਜੀ ਕੁਮਰ ਵਿਜੇ ਪ੍ਰਤਾਪ। ਇਸ ਗੱਲ ਦਾ ਦਾਅਵਾ ਵਿਕਰਮ ਮਜੀਠੀਆ ਨੇ ਕੀਤਾ ਹੈ। ਹੋਰ ਵੀ ਕਈ ਅਹਿਮ ਗੱਲਾਂ ਵਿਕਰਮ ਮਜੀਠੀਆ ਕਰਕੇ ਗਏ ਨੇ। ਮੇਰੀ ਇੱਕੋ ਬੇਨਤੀ ਆ, ਜਿਹੜਾ ਵਰਦੀ ਪਾ ਲੈਂਦਾ ਨਾ ਉਹਦੀ ਇਹ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਇਹ ਦੇਸ਼ ਦੇ ਕਾਨੂੰਨ ਦਾ ਉਹ ਰਖਵਾਲਾ ਵੀ ਹੁੰਦਾ, ਉਹਨੂੰ ਵਿਦਆਊਟ ਫੇਅਰ, ਵਿਦਆਊਟ ਪ੍ਰੈਜੁਡਿਸ, ਬਗੈਰ ਭੇਦਭਾਵ ਤੋਂ ਆਪਦੀ ਡਿਊਟੀ ਨਿਭਾਉਣੀ ਹੁੰਦੀ ਹੈ। ਮਗਰ ਜਿਹਦੇ ਚੱਕਰ ਕੁਝ ਹੋਰ ਚੱਲ ਜਾਣ, ਜਿਹਨੇ ਕਰਨੀ ਹੋਵੇ ਸਿਆਸਤ, ਫਿਰ ਉਹ ਕਰਦਾ ਇਹ ਜੇ ਕੰਮ। ਅਫਸਰ ਇੱਕ ਨਹੀਂ ਆ, ਆਈਪੀਐਸ ਕਈ ਭਰਤੀ ਹੋਇਆ, ਕਈ ਰਿਟਾਇਰ ਹੋ ਗਏ ਆ। ਕਿੰਨੇ ਆਈਪੀਐਸ ਤੁਸੀਂ ਵੇਖੇ ਇਹ ਜਾਂ ਰੰਗ ਗੁੱਲ ਖਿਲਾਉਂਦੇ ਆ। ਉਧਰ ਅਕਾਲੀ ਦਲ ਨੂੰ ਵੱਡਾ ਝਟਕਾ ਦੇਣ ਦੇ ਲਈ ਹੁਣ ਦੋ ਵੱਖਰੇ ਅਕਾਲੀ ਦਲ ਇਕੱਠੇ ਹੋ ਚੁੱਕੇ ਨੇ। ਜੀ ਹਾਂ, ਅਕਾਲੀ ਦਲ ਬਾਦਲ ਨੂੰ ਝਟਕਾ ਦੇਣਗੇ ਚੋਣਾਂ ਦੇ ਵਿੱਚ, ਇਹ ਗੱਲ ਆਖਣਾ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦਾ, ਜਿਨ੍ਹਾਂ ਦੇ ਵੱਲੋਂ ਦੋਹਾਂ ਪਾਰਟੀਆਂ ਨੂੰ ਭੰਗ ਕਰਕੇ ਇੱਕ ਨਵੀਂ ਪਾਰਟੀ ਦਾ ਗਠਨ ਕਰਨ ਦੀ ਗੱਲ ਆਖੀ ਗਈ ਹੈ। ਬੀਤੇ ਦਿਨੀ ਸੁਖਦੇਵ ਸਿੰਘ ਢੀਂਡਸਾ ਅਤੇ ਬ੍ਰਹਮਪੁਰਾ ਦੇ ਵੱਲੋਂ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹਨਾਂ ਸਾਰੀਆਂ ਗੱਲਾਂ ਦਾ ਐਲਾਨ ਕੀਤਾ ਗਿਆ ਕਿ ਲੋਕਾਂ ਦੀ ਬਹੁਤ ਇੱਛਾ ਸੀ, ਪਾਰਟੀ ਵਾਲਿਆਂ ਦੀ ਖਾਸ ਕਰਕੇ ਤੇ ਆਮ ਲੋਕਾਂ ਦੀ, ਕਿ ਇਹ ਦੋ ਜੋ ਅਕਾਲੀ ਦਲ ਬਣੇ ਨੇ ਇਕੱਠੇ ਹੋਣ। ਬ੍ਰਹਮਪੁਰਾ ਸਾਹਿਬ ਨੇ 3 ਮੈਂਬਰੀ ਕਮੇਟੀ ਬਣਾਈ, ਉਸ ਤੋਂ ਬਾਅਦ 3 ਮੈਂਬਰੀ ਕਮੇਟੀ ਮੈਂ ਬਣਾਈ। ਇਹਨਾਂ 6 ਮੈਂਬਰਾਂ ਨੇ ਮੀਟਿੰਗ ਕੀਤੀ। ਅੱਜ ਮੀਟਿੰਗ ਇਹਨਾਂ ਨੇ ਕੱਲ੍ਹ ਪਰਸੋਂ ਰੱਖੀ ਸੀ, ਪਰ ਲੋਕਡਾਊਨ ਕਰਕੇ ਇਹ ਮੀਟਿੰਗ ਪਰਸੋਂ ਨਹੀਂ ਕਰ ਸਕੇ, ਅੱਜ ਕੀਤੀ ਹੈ। ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ। ਔਰ ਇਹਨਾਂ ਨੇ ਫੈਸਲਾ ਕੀਤਾ ਕਿ ਸਰਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੋ ਮੇਰੇ ਬਹੁਤ ਪੁਰਾਣੇ ਸਾਥੀ ਵੀ ਨੇ, ਅਸੀਂ ਲੰਬੇ ਸਮੇਂ ਤੋਂ ਇਕੱਠੇ ਲੜਾਈ ਲੜਦੇ ਲਏ ਹਾਂ, ਇਹ ਪਾਰਟੀ ਦੇ ਸਰਪ੍ਰਸਤ ਹੋਣਗੇ ਤੇ ਮੈਨੂੰ ਪਾਰਟੀ ਦੀ ਪ੍ਰਧਾਨਗੀ ਕਰਨ ਦਾ ਮੌਕਾ ਦਿੱਤਾ ਹੈ। ਔਰ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਔਰ ਖ਼ਾਸ ਕਰਕੇ ਬ੍ਰਹਮਪੁਰਾ ਜੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਸਾਡੀ ਉਹ ਪੁਰਾਣੀ, ਜੋ ਅਸੀਂ ਬੜੀਆਂ ਲੜਾਈਆਂ ਲੜੀਆਂ ਇਕੱਠੀਆਂ, ਜੇਲ੍ਹਾਂ ਵੀ ਕੱਟੀਆਂ, ਅਤੇ ਅਸੀਂ ਕੋਈ ਇਹ ਤਾਂ ਹੈ ਨਹੀਂ ਸੀ ਕਿ ਅਸੀਂ ਸਿਧਾਂਤ 'ਤੇ ਛੱਡ ਕੇ ਆਏ ਹਾਂ। ਉਹੀ ਸਿਧਾਂਤ ਇਹਨਾਂ ਦਾ ਸੀ ਜਿਹਦੇ ਪਿੱਛੇ ਛੱਡ ਕੇ ਆਏ, ਉਹੀ ਸਿਧਾਂਤ ਮੇਰਾ ਸੀ ਜਿਹਦੇ ਪਿੱਛੇ ਛੱਡ ਕੇ ਆਏ। ਔਰ ਲੇਕਿਨ ਲੋਕਾਂ ਦੀ, ਖਾਸ ਕਰਕੇ ਸਾਡੇ ਵਰਕਰਾਂ ਦੀ ਸੀ ਕਿ ਇਹ ਦੋਨੋਂ ਇਕੱਠੇ ਹੋਣਗੇ ਤਾਂ ਗੱਲ ਬਣਦੀ ਹੈ। ਅਸੀਂ ਫੈਸਲਾ ਕੀਤਾ ਇਹਨਾਂ ਨੇ ਕਿ ਦੋਨੋਂ ਪਾਰਟੀਆਂ ਭੰਗ ਕਰਕੇ ਸਾਨੂੰ ਦੋਨਾਂ ਨੂੰ ਅਧਿਕਾਰ ਦਿੱਤੇ ਨੇ ਕਿ ਅਸੀਂ ਨਵੀਂ ਪਾਰਟੀ ਦਾ ਗਠਨ ਵੀ ਕਰਾਂਗੇ, ਔਰ ਨਵੀਂ ਜਿੰਨੇ ਜਥੇਬੰਦੀ ਹੈ ਉਹਦੀ ਜਿਹੜੀ ਸਿਲੈਕਸ਼ਨ ਹੈ ਉਹ ਵੀ ਅਸੀਂ ਕਰਾਂਗੇ। ਇਸ ਕਰਕੇ ਸਾਨੂੰ ਇਹਨਾਂ ਨੇ ਅਧਿਕਾਰ ਦਿੱਤੇ ਨੇ। ਉਧਰ ਦੀਪ ਸਿੱਧੂ ਮਾਮਲੇ ਦੇ ਵਿੱਚ ਵੀ ਵੱਡਾ ਅਪਡੇਟ ਸਾਹਮਣੇ ਆਇਆ। ਦੀਪ ਸਿੱਧੂ ਮਾਮਲੇ ਦੇ ਵਿੱਚ ਪੁਲਿਸ ਨੂੰ ਝਟਕਾ ਲੱਗਿਆ। ਦਿੱਲੀ ਪੁਲਿਸ ਨੇ ਜਿਸ ਮਾਮਲੇ ਦੇ ਵਿੱਚ ਇੱਕ ਵਾਰ ਫਿਰ ਤੋਂ ਦੀਪ ਸਿੱਧੂ ਦੀ ਗ੍ਰਿਫਤਾਰੀ ਪਾਈ ਸੀ, ਉਸ ਮਾਮਲੇ ਦੇ ਵਿੱਚ ਜਦੋਂ ਪੁਲਿਸ ਦੇ ਵੱਲੋਂ ਦੀਪ ਸਿੱਧੂ ਦਾ ਰਿਮਾਂਡ 4 ਦਿਨਾਂ ਦਾ ਮੰਗਿਆ ਗਿਆ, ਉਸ ਦੇ ਵਿੱਚ ਬੀਤੇ ਦਿਨੀ 30 ਹਜ਼ਾਰੀ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਪੁਲਿਸ ਨੂੰ ਰਿਮਾਂਡ ਦੇਣ ਤੋਂ ਮਨਾ ਕਰ ਦਿੱਤਾ ਗਿਆ ਕੋਰਟ ਦੇ ਵੱਲੋਂ। ਹੁਣ ਦੀਪ ਸਿੱਧੂ ਦੀ ਇਸ ਮਾਮਲੇ ਦੇ ਵਿੱਚ ਦੁਬਾਰਾ ਜਿਹੜੀ ਬੇਲ ਦੇ ਉੱਤੇ ਚਰਚਾ ਹੋਏਗੀ। 23 ਅਪ੍ਰੈਲ ਦੀ ਤਰੀਕ ਜਿਹੜੀ ਦੁਬਾਰਾ ਇਸ ਮਾਮਲੇ ਦੇ ਵਿੱਚ ਰੱਖੀ ਗਈ ਹੈ। ਇਸ ਦੇ ਉੱਤੇ ਮਨਜਿੰਦਰ ਸਿਰਸਾ ਨੇ ਕੀ ਕੁਝ ਆਖਿਆ, ਉਹ ਸੁਣਦੇ ਹਾਂ। ਦੀਪ ਸਿੱਧੂ ਦੇ ਕੇਸ ਦੇ ਅੰਦਰ ਜੋ ਲੇਟੈਸਟ ਅਪਡੇਟ ਆ, ਜਿਵੇਂ ਕਿ ਤੁਹਾਨੂੰ ਪਤਾ ਕਿ ਉਸ ਨੂੰ ਇੱਕ ਦੂਜੀ FIR ਨੰਬਰ 98 ਦੇ ਅੰਦਰ ਦੁਬਾਰਾ ਤੋਂ ਅਰੈਸਟ ਕਰ ਲਿਆ ਗਿਆ ਸੀ। ਕੱਲ੍ਹ ਵੀ ਉਹਨੂੰ ਪੇਸ਼ ਕੀਤਾ ਗਿਆ ਸੀ, ਉਹਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ। ਉਸ ਵੇਲੇ ਵੀ ਅਸੀਂ ਸਟਰੋਂਗਲੀ ਨੂੰ ਡਿਫੈਂਡ ਕੀਤਾ ਔਰ ਪੁਲਿਸ ਦਾ ਰਿਮਾਂਡ ਲੈਣ 'ਚ ਨਾਕਾਮ ਰਹੀ। ਅੱਜ CMM ਕੋਲ ਦੁਬਾਰਾ ਐਪਲੀਕੇਸ਼ਨ ਲਗਾਈ ਸੀ, ਜਿਸ ਦੇ ਅੰਦਰ ਸਰਦਾਰ ਜਸਦੀਪ ਸਿੰਘ ਜੀ ਢਿੱਲੋਂ ਸਾਹਿਬ ਔਰ ਅਭਿਸ਼ੇਕ ਗੁਪਤਾ ਜੀ ਨੇ ਦੁਬਾਰਾ ਤੋਂ ਆਰਗੂਮੈਂਟ ਕੀਤਾ ਔਰ ਇਸ ਡਿਫੈਂਡ ਕੀਤਾ ਕਿ ਕਿਸੇ ਵੀ ਸੂਰਤ ਦੇ ਅੰਦਰ ਦੀਪ ਸਿੱਧੂ ਦੀ ਪੁਲਿਸ ਕਸਟਡੀ ਦੀ ਜ਼ਰੂਰਤ ਨਹੀਂ, ਕਿਉਂਕਿ ਕੋਈ ਐਸਾ ਕੇਸ ਨਹੀਂ ਔਰ 80 ਦਿਨ ਤੋਂ ਜੇਲ੍ਹ ਦੇ ਅੰਦਰ ਸੀਗਾ। ਪੁਲਿਸ ਧੱਕਾ ਕਰਦਾ ਪਈ ਹੈ, ਜਾਤੀ ਕਰਦੀ ਪਈ ਹੈ ਔਰ ਕੇਵਲ ਇੱਕ ਹੀ ਪਰਪਸ ਆ ਕਿ ਨੌਜਵਾਨ ਨੂੰ ਡਰਾਇਆ ਜਾਵੇ, ਧਮਕਾਇਆ ਜਾਵੇ, ਜਿਸ ਦੇ ਚੱਲਦੇ CMM ਨੇ ਉਹਨਾਂ ਦੀ ਪੁਲਿਸ ਕਸਟਡੀ ਦੀ ਜਿਹੜੀ ਐਪਲੀਕੇਸ਼ਨ ਉਸ ਨੂੰ ਰੱਦ ਕਰ ਦਿੱਤਾ। ਹੁਣ ਇਸ ਕੇਸ ਦੇ ਅੰਦਰ ਦੀਪ ਸਿੱਧੂ ਦੀ ਪੁਲਿਸ ਕਸਟਡੀ ਨਹੀਂ ਹੋਏਗੀ ਔਰ ਨਾਲ ਹੀ ਸਾਡੀ ਬੇਲ ਐਪਲੀਕੇਸ਼ਨ ਵੀ ਜਿਹੜੀ ਆ ਦੀਪ ਸਿੱਧੂ ਵਾਸਤੇ ਲਿਸਟਡ ਆ, ਜਿਹਦੀ ਕਿ 23 ਤਰੀਕ ਨੂੰ ਹੀਅਰਿੰਗ ਆ। ਸੋ ਸਾਨੂੰ ਬੜੀ ਉਮੀਦ ਆ ਕਿ ਗੁਰੂ ਸਾਹਿਬ ਦੀ ਕਿਰਪਾ ਰਹੀ ਤੇ 23 ਤਰੀਕ ਨੂੰ ਇਸ ਕੇਸ ਅੰਦਰ ਬੇਲ ਹੋਊਗੀ।
ਇੱਕ ਪਾਸੇ ਸਿੱਧੀ ਅਦਾਇਗੀ ਨੂੰ ਲੈ ਕੇ ਕੇਂਦਰ ਸਰਕਾਰ ਆਪਣੀ ਪਿੱਠ ਥਪਥਪਾ ਰਹੀ ਹੈ, ਉਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਬੀਤੇ ਦਿਨੀ ਸਿੱਧੀ ਅਦਾਇਗੀ ਕਿਸਾਨਾਂ ਨੂੰ ਕਰਨ ਦੀ ਉੱਤੇ ਲੰਬੀਆਂ ਚਰਚਾਵਾਂ ਹੋਈਆਂ ਨੇ ਅਤੇ ਇਹਨਾਂ ਚਰਚਾਵਾਂ ਤੋਂ ਬਾਅਦ ਕਿਸਾਨਾਂ ਦੇ ਮੌਜੂਦਾ ਹਾਲਾਤ ਕੀ ਨੇ ਉਹ ਤੁਹਾਨੂੰ ਵਿਖਾਉਂਦੇ ਆ। ਰੂਪਨਗਰ ਦੀ ਮੰਡੀ ਦੀ ਤਸਵੀਰ ਵਿਖਾਵਾਂਗੇ। ਰੂਪਨਗਰ ਦੀਆਂ ਮੰਡੀਆਂ ਦੇ ਵਿੱਚ ਲਗਾਤਾਰ ਰੋਲ ਰਹੇ ਨੇ ਕਿਸਾਨ ਸਿੱਧੀ ਅਦਾਇਗੀ ਤੋਂ ਵੀ ਕੋਈ ਬਹੁਤ ਹੀ ਖੁਸ਼ ਨਜ਼ਰ ਨਹੀਂ ਆ ਰਹੀ। 12 ਦਿਨ ਹੋ ਗਏ, 12 ਤਰੀਕ ਨੂੰ ਮੈਂ ਆਪਣੇ ਪਹਿਲੀ ਵਾਰ ਫਸਲ ਲੈ ਕੇ ਆਇਆ ਸੀ, ਜਿਹੜਾ 3 ਲੱਖ ਰੁਪਏ ਦੀ ਸੀਗੀ, ਤੇ ਅੱਜ ਤੱਕ ਕੋਈ ਪੇਮੈਂਟ ਕੋਈ ਅਦਾਇਗੀ ਨਹੀਂ ਹੋਈ। ਜਦੋਂ ਕਿ ਸਰਕਾਰ ਦੇ ਦਾਅਵੇ ਇਹ ਨੇ ਕਿ 48 ਘੰਟੇ ਦੇ ਅੰਦਰ ਜ਼ਿਮੀਂਦਾਰ ਨੂੰ ਪੇਮੈਂਟ ਹੋਵੇਗੀ, ਤੇ ਅੱਜ ਤੱਕ ਕੋਈ ਪੇਮੈਂਟ ਨਹੀਂ ਹੋਈ। ਜਦੋਂ ਕਿ ਅਸੀਂ ਟਰੈਕਟਰਾਂ ਦੇ ਤੇਲ ਵੀ ਪਾਉਣੇ ਹੁੰਦੇ ਆ, ਹੋਰ ਖਰਚੇ ਵੀ ਕਰਨੇ ਹੁੰਦੇ ਨੇ। ਪਹਿਲਾਂ ਤਾਂ ਇਹ ਸੀ ਵੀ ਅਸੀਂ ਆੜ੍ਹਤੀਆਂ ਤੋਂ ਕੁਝ ਪੈਸੇ ਲੈ ਕੇ ਆਪਣਾ ਕੰਮ ਚਲਾਉਂਦੇ ਸੀ, ਪਰ ਅੱਜ ਹਾਲਾਤ ਸਰਕਾਰ ਨੇ ਨਵੇਂ ਸਿਸਟਮ ਦੇ ਨਾਲ ਇਹ ਪੈਦਾ ਕਰ ਦਿੱਤੇ ਕਿ ਨਾ ਤਾਂ ਆੜ੍ਹਤੀ ਸਾਨੂੰ ਕੋਈ ਪੈਸਾ ਦੇਣ ਲਈ ਤਿਆਰ ਹੈ ਤੇ ਨਾ ਹੀ ਸਾਡਾ ਅਸੀਂ ਮੰਗ ਸਕਦੇ ਹਾਂ, ਕਿਉਂਕਿ ਜ਼ੋਰ ਪਾ ਕੇ, ਕਿਉਂਕਿ ਉਹਨਾਂ ਕੋਲ ਤਾਂ ਕੋਈ ਅਦਾਇਗੀ ਆਉਣੀ ਹੀ ਨਹੀਂ। ਉਹ ਕੋਈ ਪ੍ਰਬੰਧ ਨਹੀਂ ਜੀ ਮੰਡੀ ਬੋਰਡ ਵੱਲੋਂ ਕੀਤਾ ਗਿਆ। ਇੱਥੇ ਕੋਈ ਲੈਟਰੀਨ ਨਹੀਂ, ਕੋਈ ਬਾਥਰੂਮ ਨਹੀਂ, ਕੋਈ ਪਾਣੀ ਦਾ ਪ੍ਰਬੰਧ ਨਹੀਂ, ਕੋਈ ਸੈਨੀਟਾਈਜ਼ਰ ਨਹੀਂ, ਕੋਈ ਆਪਣੇ ਕਿਸੇ ਕਿਸਮ ਦਾ ਹੋਰ ਪ੍ਰਬੰਧ ਨਹੀਂ ਜੀ ਹੈ। ਮੰਡੀ ਬੋਰਡ ਵਾਲੇ ਸਾਡੇ ਇੱਥੇ 10 ਤਰੀਕ ਤੋਂ ਸ਼ੁਰੂ ਹੋਤੀ ਜੀ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ, ਲੇਕਿਨ ਸਾਡੀ ਪਰਚੇਜ ਜਿਹੜੀ ਹੈਗੀ ਇੱਥੇ 11 ਤਰੀਕ ਨੂੰ ਪਈ ਹੈਗੀ ਆ, ਪਰ ਹਾਲ ਤੱਕ ਸਿਸਟਮ ਕਦੇ ਚੱਲ ਪੈਂਦਾ ਕਦੇ ਬੰਦ ਹੋ ਜਾਂਦਾ ਏ, ਸਿਸਟਮ ਨਹੀਂ ਜੀ ਚੱਲ ਰਿਹਾ ਹੈਗਾ। ਤੇ ਪੇਮੈਂਟ ਤਾਂ ਤੁਹਾਡੇ ਸਾਹਮਣੇ ਹੀ ਆ ਹੁਣ ਵੀ ਕਿੰਨੇ ਕਿਹੜੀ ਤਰੀਕ ਹੋ ਗਈ, ਅੱਜ ਲਗਭਗ 9 ਦਿਨ ਹੋ ਗਏ ਜੀ, ਕਿਸੇ ਦੇ ਖਾਤੇ ਦੇ ਵਿੱਚ ਇੱਕ ਪੈਸਾ ਨਹੀਂ ਜੀ ਆਇਆ ਹੈਗਾ। ਪੂਰੇ ਦੇਸ਼ ਦੇ ਵਿੱਚ ਇੱਕ ਪਾਸੇ ਜਿੱਥੇ ਕਰੋਨਾ ਮਹਾਮਾਰੀ ਦੀ ਵੇਗ ਫਿਰ ਤੋਂ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਹੈ, ਇਸ ਦੇ ਵਿੱਚ ਪੰਜਾਬ ਦੇ ਹਾਲਾਤ ਵੀ ਕਾਫੀ ਚਿੰਤਾਜਨਕ ਨੇ। ਗੱਲ ਲੁਧਿਆਣਾ ਦੀ ਕਰੀਏ ਤਾਂ ਲੁਧਿਆਣਾ ਦੇ ਵਿੱਚ ਵੀ ਹਾਲਾਤ ਗੰਭੀਰ ਬਣਦੇ ਜਾ ਰਹੇ ਨੇ। 2 ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨਾਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ 20 ਮਾਈਕਰੋ ਕੰਟੇਨਮੈਂਟ ਜ਼ੋਨ ਜਿਹੜੀਆਂ ਬਣਾ ਦਿੱਤੀਆਂ ਗਈਆਂ ਨੇ, ਜਿਸ ਦੇ ਉੱਤੇ ਗੱਲਬਾਤ ਖੁਦ ਸੀਨੀਅਰ ਅਧਿਕਾਰੀਆਂ ਨੇ ਕੀਤੀ ਹੈ। ਲੁਧਿਆਣਾ ਦੇ ਤਾਜ਼ਾ ਹਾਲਾਤ ਜਿਹੜੇ ਹੁਣ ਹੈਗੇ ਆ ਕਿ ਨੰਬਰ ਆਫ ਕੇਸਿਸ ਬਹੁਤ ਵੱਧ ਗਏ ਹੈ। ਪਹਿਲਾਂ ਸਾਡੇ ਕੇਸ ਜਿਹੜੇ ਹੈ ਉਹ ਜਨਵਰੀ ਦੇ ਵਿੱਚ 35-40 ਦੀ ਪਰ ਡੇ ਦੇ ਹਿਸਾਬ ਨਾਲ ਆ ਰਹੇ ਸੀਗੇ, ਹੌਲੀ ਹੌਲੀ 200 ਤੱਕ ਪਹੁੰਚ ਗਏ। ਹੁਣ ਇਸ ਵੇਲੇ ਇਹ ਪੋਜੀਸ਼ਨ ਹੈ ਕਿ ਕੱਲ੍ਹ 635 ਸੀ, ਉਸ ਤੋਂ ਇੱਕ ਦਿਨ ਪਹਿਲਾਂ 850 ਦੇ ਕਰੀਬ ਸੀਗੇ। ਤਾਂ ਨੰਬਰ ਆਫ ਕੇਸਿਸ ਜਿਹੜੇ ਹੈ ਕਾਫੀ ਜ਼ਿਆਦਾ ਵੱਧ ਗਏ ਹੈ। ਅਤੇ ਪਰ ਇਹ ਹੈ ਕਿ ਅਜੇ ਵੀ ਸਾਡੇ ਕੋਲ ਬੈੱਡ ਆਕੂਪੈਂਸੀ ਜਿਹੜੀ ਹੈ ਉਹ L2 ਦੇ ਵਿੱਚ ਤਕਰੀਬਨ 40-50% ਦੇ ਕਰੀਬ ਹੀ ਹੈਗੀ ਹੈ, ਕਾਫੀ ਬੈੱਡ ਖਾਲੀ ਵੀ ਪਏ ਹੈ। ਅਤੇ ਔਰ L3 ਦੇ ਵਿੱਚ ਜਿਹੜੀ ਆਕੂਪੈਂਸੀ ਹੈ ਉਹ ਤਕਰੀਬਨ 90% ਦੇ ਕਰੀਬ ਹੈਗੀ ਹੈ। ਔਰ ਨਾਲ ਦੀ ਨਾਲ ਹੀ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਡਾਇਰੈਕਸ਼ਨਾਂ ਹੇਠ ਸਾਰਿਆਂ ਨੂੰ ਪ੍ਰਾਈਵੇਟ ਹੌਸਪੀਟਲ ਜਿਹੜੇ ਹੈ ਉਹਨਾਂ ਨੂੰ ਡਾਇਰੈਕਟ ਕਰ ਦਿੱਤਾ ਗਿਆ ਹੈ ਕਿ ਆਪਣੀ ਫੁੱਲ ਕਪੈਸਿਟੀ ਜਿਹੜੀ ਹੈ ਉਹ ਤੁਸੀਂ ਕੋਵਿਡ ਦੇ ਮਰੀਜ਼ਾਂ ਵਾਸਤੇ ਵਰਤੋ। ਔਰ ਜਿਹੜੀਆਂ ਤੁਹਾਡੀਆਂ ਇਲੈਕਟਿਵ ਸਰਜਰੀਜ਼ ਹੈ ਉਹ ਸਾਰੀਆਂ 30 ਅਪ੍ਰੈਲ ਤੱਕ ਬੰਦ ਕਰ ਦਿੱਤੀਆਂ ਗਈਆਂ ਤਾਂ ਕਿ ਪੇਸ਼ੈਂਟ ਦਾ ਉੱਧਰੋਂ ਲੋਡ ਨਾ ਪਵੇ। ਉਧਰ ਬੀਤੇ ਦਿਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਦਿਆਂ ਇੱਕ ਅਪੀਲ ਕੀਤੀ ਗਈ ਸੀ ਕੇਂਦਰ ਸਰਕਾਰ ਨੂੰ, ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਦਿੱਲੀ ਸਰਕਾਰ ਦੇ ਕੋਲ ਮਰੀਜ਼ਾਂ ਦੇ ਲਈ ਬੈੱਡ ਖਤਮ ਹੋ ਚੁੱਕੇ ਨੇ ਅਤੇ ਜ਼ਰੂਰੀ ਸਮਾਨ ਦਾ ਵੀ ਪ੍ਰਬੰਧ ਬਹੁਤ ਘਟਦਾ ਜਾ ਰਿਹਾ ਹੈ। ਇਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ ਹੱਥ ਅੱਗੇ ਵਧਾਇਆ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਸ ਮੌਕੇ ਦੇ ਉੱਤੇ ਐਲਾਨ ਕੀਤਾ ਹੈ ਕਿ ਗੁਰਦੁਆਰਾ ਸਾਹਿਬਾਨਾਂ ਦੀਆਂ ਸਰਾਵਾਂ ਅਤੇ ਵਿਸ਼ਰਾਮ ਘਰ ਉਹ ਕਰੋਨਾ ਵਾਰਡਾਂ ਦੇ ਲਈ ਦੇ ਸਕਦੇ ਨੇ ਅਤੇ ਇਸ ਦੀ ਪੇਸ਼ਕਸ਼ ਉਹਨਾਂ ਨੇ ਕੀਤੀ ਹੈ। ਤੇ ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਜੋ ਵੀ ਮਰੀਜ਼ ਇਸ ਮੌਕੇ ਦੇ ਉੱਤੇ ਇੱਥੇ ਰਹਿਣਗੇ ਉਹਨਾਂ ਦੇ ਖਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਮੁਫਤ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਰੇਗੀ। ਅਸੀਂ ਆਫਰ ਕੀਤੀਆਂ ਨੇ, ਇਹ ਰਿਟਨ ਵਿੱਚ ਉਹਨਾਂ ਤੱਕ ਪਹੁੰਚਾ ਦਿੱਤੀ ਗਈ ਔਰ ਮੈਨੂੰ ਉਮੀਦ ਹੈ ਕਿ ਜਿਹੜਾ ਸਹਿਯੋਗ ਸਾਡੇ ਕੋਲ ਮੰਗਣਗੇ ਤੇ ਅਸੀਂ ਉਹਨਾਂ ਦੀ ਸਾਡੀ ਟੀਮ ਉੱਤੇ ਪੂਰੀ ਕਰ ਦੇਗੀ। ਇਹਦੇ ਇਲਾਵਾ ਅਸੀਂ ਅਪੀਲ ਵੀ ਕੀਤੀ ਹੈ ਔਰ ਤੁਹਾਡੇ ਮੀਡੀਆ ਰਾਹੀਂ ਵੀ ਅਪੀਲ ਕਰਦੇ ਹਾਂ ਦਿੱਲੀ ਦੇ ਉਹਨਾਂ ਵੋਲੰਟੀਅਰਸ ਨੂੰ ਜਿਹੜੇ ਹਮੇਸ਼ਾ ਮਾਨਵਤਾ ਦੀ ਸੇਵਾ ਲਈ ਅੱਗੇ ਆਏ ਨੇ ਕਿ ਇਸ ਵਕਤ ਮਾਨਵਤਾ ਦੀ ਸੇਵਾ ਕਰਨ ਦਾ ਬਹੁਤ ਵੱਡਾ ਤੁਹਾਡੇ ਕੋਲੋਂ ਇੱਕ ਜ਼ਿੰਮੇਵਾਰੀ ਤੁਹਾਡੇ ਤੇ ਪਈ ਹੈ। ਤੁਸੀਂ ਵੱਧ ਚੜ੍ਹ ਕੇ ਦਿੱਲੀ ਕਮੇਟੀ ਦਾ ਸਹਿਯੋਗ ਕਰੋ। ਉਹ ਵੋਲੰਟੀਅਰਸ ਜਿਹੜੇ ਹਰ ਵਕਤ ਸੰਗਤ ਦੀ ਸੇਵਾ ਦੇ ਵਿੱਚ ਹਮੇਸ਼ਾ ਤਤਪਰ ਰਹਿੰਦੇ ਆ, ਉਹਨਾਂ ਨੂੰ ਵੀ ਅਸੀਂ ਆਗਰੇ ਕਰਾਂਗੇ, ਰਿਕੁਐਸਟ ਕਰਾਂਗੇ ਕਿ ਆਪਣੇ ਇੱਥੇ ਸਹਿਯੋਗੀ ਜਾਂ ਆਪਣੇ ਬੰਦੇ ਭੇਜ ਕੇ ਜਿਹੜੇ ਵੀ ਤੁਸੀਂ ਆਪਣੇ ਨੰਬਰਸ ਦੇ ਸਕਦੇ ਹੋ ਤਾਂ ਕਿ ਅਸੀਂ ਉਹ ਵੀ ਮੀਡੀਆ ਰਾਹੀਂ ਵਾਇਰਲ ਕਰੀਏ ਔਰ ਲੋਕਾਂ ਨੂੰ ਵੱਧ ਤੋਂ ਵੱਧ ਇਹਦਾ ਫਾਇਦਾ ਦੇ ਸਕੀਏ। ਉਧਰ ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਲਾਕਡਾਊਨ ਦੇ ਵਿੱਚ ਵਾਧਾ ਕਰ ਦਿੱਤਾ ਗਿਆ, ਉਸ ਦੇ ਸਮੇਂ ਦੇ ਵਿੱਚ ਤਬਦੀਲੀ ਹੋਈ। ਇੱਕ ਦਿਨ ਦਾ ਵੀਕਐਂਡ
ਲਾਕਡਾਊਨ ਵੀ ਲਾ ਦਿੱਤਾ ਗਿਆ ਹੈ ਤਾਂ ਇਸ ਦੇ ਦਰਮਿਆਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਉੱਤੇ ਬਹੁਤ ਡੂੰਘਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਲਾਇਬ੍ਰੇਰੀ ਨਾ ਖੁੱਲ੍ਹਣ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਲੁਧਿਆਣਾ ਦੇ ਵਿੱਚ ਪ੍ਰਦਰਸ਼ਨ ਕੀਤਾ ਹੈ। ਵਿਦਿਆਰਥੀ ਉੱਚ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਨੇ ਤੇ ਇਹਨਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੇਕਰ ਲਾइब्रेरियां नहीं खुलदियां तो उन्होंने पढ़ाई के उत्ते बहुत डूंगा असर पै रहा है। मेरा नाम मनीष है, मैं अभी सीए की तैयारी कर रहा हूँ और यहाँ पे जितने भी स्टूडेंट्स खड़े हैं वो किसी न किसी एग्ज़ाम की प्रिपरेशन कर रहे हैं। कोई यूपीएससी के एग्ज़ाम के लिए प्रिपेयर कर रहा है, कोई चार्टर्ड अकाउंटेंसी के लिए प्रिपेयर कर रहा है। और अभी हमारे साथ ये हो रहा है कि 1 साल से लाइब्रेरी बंद है और हमारे एग्ज़ाम्स आने वाले हैं। सो हमने वीसी साहब को रिक्वेस्ट किया था कि आप लाइब्रेरी खोल दो ताकि हमें स्टडी करके एग्ज़ाम देने में थोड़ी आसानी रहेगी। बट उनको रिक्वेस्ट करे को आज 20 दिन हो गए हैं और वो हमारी बात नहीं सुन रहे हैं। और जैसा उनको कंफर्ट जोन मतलब मिला हुआ है, 1 साल से स्टाफ यहाँ पर आती है, कोई काम नहीं कर रहा है और अपनी सैलरी वैसी ले रही है। अगर हम यहाँ आ गए उनको साफ़ सफाई करनी पड़ेगी, उन्हें हमें बैठने के लिए फैसिलिटी देनी पड़ेगी, लिए ड्यूटी देनी पड़ेगी, इसलिए वो हमारे साथ कोऑपरेट नहीं कर रहे। हमने इनको रिक्वेस्ट करी है कि सेफ्टी के जितने मेजर्स हैं हम सब उनका फॉलो करेंगे। हम आप अगर नहीं कर सकते हो तो हम अपने डेस्क सारे सैनिटाइज खुद ही कर लेंगे। हम सिस्टम के साथ बैठेंगे, डिस्टेंस मेंटेन करके रहेंगे, मास्क पहन करके रहेंगे, अपनी अपनी स्टडी करेंगे और अपना अपना टाइम यूटिलाइज़ करेंगे। अब देखो गवर्नमेंट की जो रैलीज़ हो रही हैं इलेक्शन की, वो भी हो रही हैं, इलेक्शंस हो रहे हैं, बसों में आवाजाही चालू है, भीड़ भड़ाक वैसे ही है, ठेके खुले हुए हैं। बताओ वहाँ पे कोरोना नहीं होता और यहाँ पर हम स्टूडेंट्स इनके पास अगर यहाँ पे बैठते हैं तो इनको कोरोना हो जाएगा। चलो कोरोना होता भी है ना तो आप इसको खोल के क्यों बैठे हो? स्टूडेंट आता नहीं है यहाँ पर, कोई पढ़ाने के लिए इंस्टीट्यूशन है, आप यहाँ पर आकर खाली अपनी सैलरी काउंट करवा रहे हो। आप ऐसा करो, छुट्टी करो, घर में बैठो, यूनिवर्सिटी की भी सैलरी बचेगी, वो कहीं और यूटिलाइज़ करो, देश की भलाई के लिए यूटिलाइज़ करो। जब इसको बंद करना है तो प्रॉपरली बंद करो। ਉਧਰ ਬੀਤੇ ਦਿਨੀ ਚੰਡੀਗੜ੍ਹ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਨੌਜਵਾਨਾਂ ਦੇ ਵੱਲੋਂ ਵੀ ਪ੍ਰਦਰਸ਼ਨ ਕੀਤਾ ਗਿਆ ਹੈ। ਦੱਸ ਦਈਏ ਕਿ ਵਿਦਿਆਰਥੀ ਕਿਊਬਿਕ ਦੇ ਵਿੱਚ ਪੜ੍ਹਨ ਦੇ ਲਈ ਜਾਣਾ ਸੀ। ਇਹਨਾਂ ਵਿਦਿਆਰਥੀਆਂ ਨੇ ਜਿੱਥੇ ਕਿਊਬਿਕ ਦੇ ਵਿੱਚ 10 ਕਾਲਜਾਂ ਨੂੰ ਲੈ ਕੇ ਚਰਚਾਵਾਂ ਸੀ, ਜਿਸ ਤੋਂ ਬਾਅਦ ਉੱਥੋਂ ਦੀ ਸਟੇਟ ਸਰਕਾਰ ਦੇ ਨਾਲ ਮਤਭੇਦ ਇਹਨਾਂ ਕਾਲਜਾਂ ਤੇ ਦੱਸੇ ਜਾ ਰਹੇ ਨੇ, ਜਿਸ ਤੋਂ ਬਾਅਦ 1 ਸਾਲ ਦੇ ਕਰੀਬ ਇਹ ਵਿਦਿਆਰਥੀ ਹੁਣ ਪੰਜਾਬ ਦੇ ਵਿੱਚ ਉਲਝ ਰਹੇ ਨੇ ਤੇ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ। ਹਾਲਾਂਕਿ ਚੰਡੀਗੜ੍ਹ ਦੇ ਵਿੱਚ ਕਰੋਨਾ ਮਹਾਮਾਰੀ ਦੇ ਚੱਲਦਿਆਂ ਧਾਰਾ 144 ਲਾਗੂ ਸੀ, ਫਿਰ ਵੀ ਇਹਨਾਂ ਵਿਦਿਆਰਥੀਆਂ ਨੇ ਵੱਖੋ ਵੱਖਰੀਆਂ ਜਗ੍ਹਾਵਾਂ ਦੇ ਉੱਤੇ ਪ੍ਰਦਰਸ਼ਨ ਕੀਤਾ ਹੈ ਅਤੇ क्यूबिक सरकार तो मांग की है कि इन्हां दी मदद की जाए। जी सर, हमारा मॉन्ट्रियल क्यूबिक में सर ना 10 कॉलेजेस हैं, उनके CA के सस्पेंड हो गए थे सर। वो सर दिसंबर में हुए थे और जनवरी में उनका जो CA के सस्पेंड हुए थे उसका लिफ्ट हो गया था सर, वो क्लियर हो गया था। उसके बाद सर हमें 4-5 मंथ हो गए हैं और सर IRCC है जो नादर पटेल है, उनको भी हमने बहुत सारे ट्वीट किए हैं सर, तो हमें कोई भी सर उनकी अप्रोच नहीं आई है, तो सर उनका कोई भी हमें जवाब नहीं आ रहा। हम चाहते हैं कि हमारे जो 10,000-8,000 स्टूडेंट है सर, हमने 10-15 लाख रुपया सर मैंने कॉलेज में भर रखा है, तो हम चाहते हैं कि हमारा कोई फ्यूचर में हम आगे कंसंट्रेट कर सकें, हमें रिजल्ट दिया जाए। मेन बात कोई रिजल्ट नहीं के अंदर स्टूडेंट्स के वीज़ास आ रहे हैं, विदिन 1 वीक आ रहा है। हाँ, बाकी बच्चों के आ रहे हैं, अभी कई इश्यूज, तो हमारा इसमें क्या फॉल्ट है? हमने क्या गुनाह कर दिया कि हमने ये 10 कॉलेज को अपनी स्टडी के लिए चुना? IRCC से बात करते हैं, वो कहते हैं मीफी ने रोका हुआ है, ठीक है। मीफी से बात कर रहे हैं हम, वो कह रहे हैं हमने रिजल्ट डाल दिया था 12th को, सस्पेंशन लिफ्ट कर दी थी, पर IRCC कह रहे हैं मीफी ने रोका, मीफी कह रहा है IRCC। कॉलेज वाले हमें वेटिंग में डाल देते हैं। अब का 1 मंथ में आ जाएगा, 1 वीक में आ जाएगा, 2 वीक में आ जाएगा, पर हमें कोई भी रिजल्ट नहीं मिल रहा है। पंजाब इस ਵੇਲੇ ਦੇ ਵਿੱਚ ਫਿਲਹਾਲ ਦੇ ਲਈ ਇਹਨਾਂ ਹੀ, ਫਿਰ ਮੁੜ ਹਾਜ਼ਰ ਹੋਣੇ ਆ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।